हेलो एवरीवन, सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ ਮਾਈ ਇੰਗਲਿਸ਼ ਕੰਪੈਨੀਅਨ ਤੇ ਉਹਦਾ 4th ਲੈਸਨ ਅ ਗਲਾਸ ਆਫ ਮਿਲਕ, ਦੁੱਧ ਦਾ ਇੱਕ ਗਲਾਸ। ਪ੍ਰੀ ਰੀਡਿੰਗ, ਡਿਕਸ਼ਨਰੀ ਰੈਫਰੈਂਸ, ਲਰਨਿੰਗ ਨਿਊ ਵਰਡਸ। ਪਹਿਲਾਂ ਆਪਾਂ ਡਿਕਸ਼ਨਰੀ ਨੂੰ ਰੈਫਰ ਕਰਕੇ ਕੁਝ ਨਵੇਂ ਸ਼ਬਦ ਜਿਹੜੇ ਹੈਗੇ ਆ ਉਹ ਸਿੱਖਾਂਗੇ। ਐਕਟੀਵਿਟੀ 1, look up the following words in a dictionary। ਇਹ ਸ਼ਬਦਾਂ ਦਾ ਮਤਲਬ ਤੁਸੀਂ ਡਿਕਸ਼ਨਰੀ ਦੇ ਵਿੱਚ ਦੇਖਣਾ ਹੈਗਾ, ਇਹਨਾਂ ਦਾ ਅਰਥ ਦੇਖਣਾ ਹੈ। You should seek the following information about the words। ਤੇ ਇਹਨਾਂ ਬਾਰੇ ਹੋਰ ਕਿਹੜੀ ਜਾਣਕਾਰੀ ਇਕੱਠੀ ਕਰਨੀ ਉਹ ਇੱਥੇ ਲਿਖੀ ਹੋਈ ਹੈ। ਜਿਵੇਂ ਸਭ ਤੋਂ ਪਹਿਲੀ ਗੱਲ, meaning of the word as used in the play। ਨਾਟਕ ਵਿੱਚ ਵਰਤੇ ਗਏ ਸ਼ਬਦ ਜਿਹੜੇ ਹੈਗੇ ਨੇ ਉਹ ਇੱਥੇ ਦਿੱਤੇ ਗਏ ਨੇ ਤੇ ਨਾਟਕ ਵਿੱਚ ਉਹਨਾਂ ਦਾ ਕੀ ਅਰਥ ਹੈਗਾ ਆਪਾਂ ਉਹ ਸਮਝਣਾ ਹੈ ਕਿ ਉਹ ਐਡਜੈਕਟਿਵ ਹੈਗੇ ਨੇ, ਵਿਸ਼ੇਸ਼ਣ ਹੈਗੇ ਨੇ, ਨਾਉਨ ਨਾਮ ਹੈਗੇ ਨੇ ਜਾਂ ਵਰਬ ਯਾਨੀ ਕਿ ਕਿਰਿਆ ਹੈਗੇ ਨੇ। ਦੂਜਾ, ਪ੍ਰੋਨੰਸੀਏਸ਼ਨ, ਵੀ ਉਹਨਾਂ ਦਾ ਉਚਾਰਨ ਸਹੀ ਢੰਗ ਦੇ ਨਾਲ ਕਿਵੇਂ ਕੀਤਾ ਜਾਂਦਾ ਹੈ ਉਹ ਵੀ ਆਪਾਂ ਸਿੱਖਣਾ ਹੈ। ਤੀਜੀ ਗੱਲ ਜਿਹੜੀ ਆਪਾਂ ਸਿੱਖਣੀ ਹੈ ਉਹ ਹੈਗੇ ਨੇ ਸਪੈਲਿੰਗਸ, ਵੀ ਉਹਨਾਂ ਨੂੰ ਕਿਵੇਂ ਆਪਾਂ ਲਿਖੀਦਾ। ਤਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਵਰਡ ਜਿਹੜਾ ਇੱਥੇ ਦਿੱਤਾ ਹੋਇਆ ਉਹ ਹੈਗਾ ਕੰਪਲਿਕੇਟਿਡ। ਇਹ ਹੈਗਾ ਜੀ ਇੱਕ ਐਡਜੈਕਟਿਵ ਤੇ ਕੰਪਲਿਕੇਟਿਡ ਦਾ ਮਤਲਬ ਹੁੰਦਾ ਹੈ ਪੰਜਾਬੀ ਦੇ ਵਿੱਚ ਗੁੰਝਲਦਾਰ, ਜਿਹੜਾ ਮਤਲਬ ਸਿੰਪਲ ਨਾ ਹੋਏ, ਥੋੜਾ ਗੁੰਝਲਦਾਰ ਹੋਏ। ਠੀਕ ਹੈ। ਦੂਜਾ ਵਰਡ ਡਾਇਗਨੋਜ਼। ਹੁਣ ਡਾਇਗਨੋਜ਼ ਕਰਨ ਦਾ ਮਤਲਬ ਹੁੰਦਾ ਹੈ ਜਿਵੇਂ ਕੋਈ ਬਿਮਾਰੀ ਹੋ ਗਈ ਕਿਸੇ ਨੂੰ ਤੇ ਆਪਾਂ ਡਾਕਟਰ ਜਾ ਕੇ ਜਦ ਆਪਾਂ ਡਾਕਟਰ ਕੋਲ ਜਾਂਦੇ ਉਹ ਡਾਇਗਨੋਜ਼ ਕਰਦੇ ਨੇ। ਕਹਿਣ ਦਾ ਭਾਵ ਇਹ ਹੈਗਾ ਵੀ ਉਹ ਦੇਖਦੇ ਨੇ ਕਿ ਕੀ ਹੋਇਆ, ਉਹਨੂੰ ਆਪਾਂ ਕਹੀਦਾ ਡਾਇਗਨੋਜ਼। ਤੇ ਇਹ ਹੈਗਾ ਜੀ ਇੱਕ ਵਰਬ। ਅਗਲੇ ਵਰਡ ਵੱਲ ਚੱਲਦੇ ਹਾਂ। ਇੱਥੇ ਦਿੱਤਾ ਹੋਇਆ ਅਗਲਾ ਵਰਡ ਸਰਜਰੀ। ਸਰਜਰੀ ਦਾ ਮਤਲਬ ਹੁੰਦਾ ਜਿਵੇਂ ਡਾਕਟਰ ਜਿਹੜੇ ਹੈਗੇ ਨੇ ਉਹ ਆਪਰੇਸ਼ਨ ਕਰਦੇ ਨੇ ਨਾ, ਉਹਨਾਂ ਨੂੰ ਆਪਾਂ ਕਹੀਦਾ ਸਰਜਰੀ। ਤੇ ਇਹ ਇੱਕ ਨਾਉਨ ਹੈਗਾ ਯਾਨੀ ਕਿ ਨਾਮ ਹੈਗਾ। ਅਗਲਾ ਵਰਡ ਅਟੈਂਸ਼ਨ। ਅਟੈਂਸ਼ਨ ਦਾ ਮਤਲਬ ਹੁੰਦਾ ਹੈ ਧਿਆਨ ਦੇਣਾ। ਠੀਕ ਹੈ। ਤੇ ਇਹ ਇੱਕ ਨਾਉਨ ਹੈਗਾ। ਅਗਲਾ ਵਰਡ ਸਾਡੇ ਕੋਲ ਹੈਗਾ ਜੀ ਸਟਰਗਲ। ਸਟਰਗਲ ਦਾ ਮਤਲਬ ਪੰਜਾਬੀ ਦੇ ਵਿੱਚ ਹੁੰਦਾ ਹੈ ਸੰਘਰਸ਼ ਕਰਨਾ ਤੇ ਇਹ ਇੱਕ ਵਰਬ ਹੈਗਾ। ਨੈਕਸਟ ਵਰਡ ਹੈਗਾ ਜੀ ਡਿਸਕਸ। ਤੇ ਡਿਸਕਸ ਦਾ ਮਤਲਬ ਪੰਜਾਬੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹਦਾ ਮਤਲਬ ਹੁੰਦਾ ਹੈ ਚਰਚਾ ਕਰਨੀ ਤੇ ਇੰਗਲਿਸ਼ ਦੇ ਵਿੱਚ ਇਹਨੂੰ ਡਿਸਕਸ ਕਰਨਾ ਕਿਹਾ ਜਾਂਦਾ ਹੈ ਤੇ ਇਹ ਹੈਗਾ ਜੀ ਸਾਡੇ ਕੋਲ ਇੱਕ ਵਰਬ। ਅੱਗੇ ਚੱਲਦੇ ਹਾਂ ਰੀਡਿੰਗ ਵੱਲ। ਲੈਟ ਅਸ ਰੀਡ ਦ ਪਲੇ। ਚਲੋ ਇੱਥੇ ਇੱਕ ਨਾਟਕ ਦਿੱਤਾ ਹੋਇਆ, ਆਪਾਂ ਉਸ ਨਾਟਕ ਬਾਰੇ ਪੜ੍ਹਦੇ ਹਾਂ। ਸੀਨ 1, ਪਹਿਲਾ ਸੀਨ ਦਿੱਤਾ ਹੋਇਆ, ਦ੍ਰਿਸ਼ ਪਹਿਲਾ। ਟਾਈਮ ਕੀ ਹੈਗਾ, ਸਮਾਂ ਕੀ ਹੈਗਾ, ਆਫਟਰਨੂਨ, ਦੁਪਹਿਰ। ਲੋਕੇਸ਼ਨ, ਸਥਾਨ ਕੀ ਹੈਗਾ, ਕਿਵੇਂ ਨਾਟਕ ਮਤਲਬ ਕਿੱਥੇ ਹੋ ਰਿਹਾ ਹੈ, ਬੈਕਪੂਲ, ਅ ਸਮਾਲ ਟਾਊਨ ਇਨ ਇੰਗਲੈਂਡ। ਬੈਕਪੂਲ ਜਿਹੜਾ ਹੈਗਾ ਇੱਕ ਛੋਟਾ ਜਿਹਾ ਸ਼ਹਿਰ ਹੈਗਾ ਇੰਗਲੈਂਡ ਦੇ ਵਿੱਚ। ਸੀਨ, ਹੁਣ ਸੀਨ ਕੀ ਹੋ ਰਿਹਾ ਹੈ, ਦ੍ਰਿਸ਼ ਕੀ ਹੈਗਾ, ਕੈਰੈਕਟਰਸ ਹੈਗੇ ਨੇ ਇਹਦੇ ਵਿੱਚ, ਮਤਲਬ ਕੌਣ ਬੰਦਾ ਹੈਗਾ। ਅ ਬॉय ਜਿਹਦਾ ਨਾਂ ਹੈਗਾ ਹਾਵਰਡ ਕੈਲੀ। ਅ ਲੇਡੀ ਇੱਕ ਔਰਤ ਹੈਗੀ ਹੈ ਜਿਹਦਾ ਨਾਂ ਹੈਗਾ ਅਨੀਤਾ। A small room and a narrow street. Afternoon time. A small boy selling things from door to door. ਹੁਣ ਹੋ ਕੀ ਰਿਹਾ, ਇੱਕ ਛੋਟੀ ਅਤੇ ਇੱਕ ਤੰਗ ਜੀ ਗਲੀ ਹੈਗੀ ਹੈ। ਦੁਪਹਿਰ ਦਾ ਸਮਾਂ ਹੈਗਾ, ਗਲੀ ਹੈਗੀ ਹੈ, ਦੁਪਹਿਰ ਦਾ ਸਮਾਂ ਹੈਗਾ ਤੇ ਇੱਕ ਛੋਟਾ ਜਿਹਾ ਮੁੰਡਾ ਜਿਹੜਾ ਹੈਗਾ ਉਹ ਘਰ ਸਮਾਨ ਵੇਚਦਾ ਜਾ ਰਿਹਾ ਦਰਵਾਜ਼ੇ ਤੋਂ ਦਰਵਾਜ਼ੇ ਜਾ ਕੇ। Boy to himself। ਤੇ ਉਹ ਮੁੰਡਾ ਆਪਣੇ ਆਪ ਨੂੰ ਕੀ ਕਹਿੰਦਾ ਹੈ, I must sell 2 more books। ਮੈਨੂੰ 2 ਕਿਤਾਬਾਂ ਹੋਰ ਵੇਚਣੀਆਂ ਚਾਹੀਦੀਆਂ ਨੇ ਜਾਂ ਪੈਣੀਆਂ ਨੇ। How will I give my school fee if I don't sell these books? ਜੇ ਮੈਂ ਇਹ ਕਿਤਾਬਾਂ ਨਹੀਂ ਵੇਚਦਾ ਤਾਂ ਮੈਂ ਆਪਣੀ ਸਕੂਲ ਦੀ ਫੀਸ ਕਿਵੇਂ ਦੇਵਾਂਗਾ। But it is a hot afternoon। ਪਰ ਇਹ ਇੱਕ ਬਹੁਤ ਸਿਖਰ ਦੁਪਹਿਰ, ਜਿਵੇਂ ਆਪਾਂ ਕਹਿੰਦੇ ਧੁੱਪ ਬਹੁਤ ਜ਼ਿਆਦਾ ਪੈ ਰਹੀ ਹੈ, ਗਰਮੀ ਹੋ ਰਹੀ ਹੈ। I am so hungry and thirsty। ਤੇ ਮੈਂ ਬਹੁਤ ਭੁੱਖਾ ਵੀ ਹੈਗਾ, ਪਿਆਸ ਵੀ ਲੱਗੀ ਹੈ। I think I must ask for some water from the next house। ਤੇ ਮੈਨੂੰ ਲੱਗਦਾ ਹੈ ਵੀ ਮੈਂ ਅਗਲੇ ਘਰ ਤੋਂ ਜਾ ਕੇ ਮੈਨੂੰ ਪਾਣੀ ਮੰਗਣਾ ਚਾਹੀਦਾ ਤਾਂ ਜੋ ਮੈਂ ਆਪਣਾ ਕੰਮ ਜਿਹੜਾ ਹੈ ਉਹ ਅੱਗੇ ਜਾਰੀ ਰੱਖ ਸਕਾਂ। The boy sees a small house। ਤੇ ਮੁੰਡਾ ਅੱਗੇ ਜਦ ਵੱਧਦਾ ਹੈ ਉੱਥੇ ਉਹ ਇੱਕ ਛੋਟਾ ਜਿਹਾ ਘਰ ਵੇਖਦਾ ਹੈ। He rings the bell। ਉਹ ਘੰਟੀ ਵਜਾਉਂਦਾ ਹੈ।
A lady opens the door. ਤੇ ਇੱਕ ਔਰਤ ਜਿਹੜੀ ਹੈਗੀ ਹੈ ਘਰ ਵਿੱਚੋਂ ਨਿਕਲ ਕੇ ਉਹ ਦਰਵਾਜ਼ਾ ਖੋਲਦੀ ਹੈ। Boy, tired and hungry. ਮੁੰਡਾ ਭੁੱਖਾ ਵੀ ਸੀ, ਥੱਕਿਆ ਹੋਇਆ ਵੀ ਸੀ। ਕਹਿੰਦਾ good afternoon ma'am. ਕਹਿੰਦਾ ਦੁਪਹਿਰ ਹੋ ਗਈ, ਜਿਵੇਂ ਆਪਾਂ ਵਿਸ਼ ਕਰੀਦਾ ਹੈ ਨਾ, ਉਹ ਕਹਿੰਦਾ good afternoon ma'am. Lady politely, ਤੇ ਜਿਹੜੀ ਔਰਤ ਸੀ ਉਹ ਵੀ ਨਿਮਰਤਾ ਨਾਲ ਜਵਾਬ ਦਿੰਦੀ ਹੈ good afternoon. Do you want something? ਕੀ ਤੁਹਾਨੂੰ ਕੁਝ ਚਾਹੀਦਾ? Boy, my name is Howard Kelly. ਤੇ ਮੁੰਡਾ ਕਹਿੰਦਾ ਜਵਾਬ ਦਿੰਦਾ ਵੀ ਮੇਰਾ ਨਾਮ ਹੈਗਾ ਹਾਵਰਡ ਕੈਲੀ। I am selling these books. ਤੇ ਮੈਂ ਇਹ ਕਿਤਾਬਾਂ ਵੇਚ ਰਿਹਾ ਹਾਂ। Will you buy one of my books? ਕੀ ਤੁਸੀਂ ਮੇਰੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਜਿਹੜੀਆਂ ਮੈਂ ਵੇਚ ਰਿਹਾ ਉਹਨਾਂ ਵਿੱਚੋਂ ਕੋਈ ਕਿਤਾਬ ਖਰੀਦਣੀ ਚਾਹੋਗੇ? Lady, you are very small. You should be in school and not selling things. ਤੇ ਔਰਤ ਜਵਾਬ ਦਿੰਦੀ ਹੈ ਵੀ ਤੁਸੀਂ ਬਹੁਤ ਛੋਟੇ ਹੋ, ਤੁਹਾਨੂੰ ਸਕੂਲ ਵਿੱਚ ਹੋਣਾ ਚਾਹੀਦਾ ਹੈ ਤੇ ਚੀਜ਼ਾਂ ਵੇਚਣੀਆਂ ਨਹੀਂ ਚਾਹੀਦੀਆਂ, ਇਹ ਕੰਮਕਾਰ ਨਹੀਂ ਕਰਨੇ ਚਾਹੀਦੇ। Boy, yes ma'am, I need to pay for my fee. ਤੇ ਮੁੰਡਾ ਜਵਾਬ ਦਿੰਦਾ ਹੈ ਵੀ ਹਾਂਜੀ ਮੈਡਮ ਤੁਸੀਂ ਠੀਕ ਕਹਿ ਰਹੇ ਹੋ, ਪਰ ਮੈਂ ਆਪਣੀ ਫੀਸ ਜਿਹੜੀ ਹੈਗੀ ਹੈ ਉਹ ਭਰਨੀ ਹੈਗੀ ਹੈ। For this reason, I go door to door selling books. ਕਿਉਂਕਿ ਮੈਂ ਆਪਣੀ ਫੀਸ ਭਰਨੀ ਹੈ ਤੇ ਇਸ ਕਾਰਨ ਮੈਂ ਘਰ ਘਰ ਜਾ ਕੇ ਕਿਤਾਬਾਂ ਵੇਚ ਰਿਹਾ। And hesitatingly, can I get some water please? ਤੇ ਕਹਿੰਦਾ ਅਤੇ ਝਿਜਕਦੇ ਹੋਏ, hesitatingly ਮਤਲਬ ਝਿਜਕਦੇ ਹੋਏ ਪੁੱਛਦਾ ਕਿ ਮੈਨੂੰ ਥੋੜਾ ਜਿਹਾ ਪਾਣੀ ਮਿਲ ਸਕਦਾ ਕਿਰਪਾ ਕਰਕੇ? I am very thirsty. ਮੈਨੂੰ ਬਹੁਤ ਪਿਆਸ ਲੱਗੀ ਹੈ। The lady looks at him and says, ਤੇ ਜਿਹੜੀ ਔਰਤ ਹੈ ਉਸ ਵੱਲ ਵੇਖਦੀ ਹੈ ਤੇ ਕਹਿੰਦੀ ਹੈ, ਕੀ ਕਹਿੰਦੀ ਹੈ? Sure, just a few minutes child. ਉਹ ਕਹਿੰਦੀ ਹੈ ਜ਼ਰੂਰ, ਥੋੜੇ ਮਿੰਟ ਰੁਕੋ ਬੇਟਾ। Goes inside and comes back with a glass. ਤੇ ਉਹ ਅੰਦਰ ਜਾਂਦੀ ਹੈ ਤੇ ਇੱਕ ਗਲਾਸ ਲੈ ਕੇ ਵਾਪਸ ਆਂਦੀ ਹੈ। Here you are. ਆ ਲੋ। Here's some milk. ਆ ਲੋ ਥੋੜਾ ਦੁੱਧ। You are so weak. ਤੁਸੀਂ ਬਹੁਤ ਕਮਜ਼ੋਰ ਹੈਗੇ ਹੋ। It appears you haven't eaten for days. ਅਜਿਹਾ ਲੱਗਦਾ ਹੈ ਕਿ ਤੁਸੀਂ ਕਈ ਦਿਨਾਂ ਤੋਂ ਕੁਝ ਨਹੀਂ ਖਾਧਾ। Boy, ਮੁੰਡਾ ਜਵਾਬ ਦਿੰਦਾ ਹੈ, taking the glass from the lady and drinking it. ਗਲਾਸ ਫੜਦੇ ਹੋਏ ਔਰਤ ਤੋਂ ਤੇ ਪੀਂਦੇ ਹੋਏ ਉਹਦੇ ਵਿੱਚੋਂ ਦੁੱਧ। Thank you so much ma'am. ਤੁਹਾਡਾ ਬਹੁਤ ਧੰਨਵਾਦ ਹੈਗਾ ਮੈਡਮ ਜੀ। You are very kind. ਤੁਸੀਂ ਬਹੁਤ ਦਿਆਲੂ ਹੋ। How much do I owe you for the milk? ਤੇ ਉਹ ਝਿਜਕਦਾ ਕਹਿੰਦਾ ਵੀ ਕਿੰਨਾ ਦੁੱਧ ਲਈ ਤੁਹਾਨੂੰ ਕਿੰਨੇ ਪੈਸੇ ਦੇਣੇ ਨੇ? ਥੋੜਾ ਝਿਜਕਦਾ ਹੋਇਆ ਕਹਿੰਦਾ ਕਿਉਂਕਿ ਉਹਨੇ ਤਾਂ ਪਾਣੀ ਮੰਗਿਆ ਸੀ, ਆ ਦੇਖੋ ਦੁੱਧ ਪੀ ਰਿਹਾ। Lady, speaking warmly. ਜਿਹੜੀ ਔਰਤ ਹੈਗੀ ਹੈ ਉਹ ਜਵਾਬ ਦਿੰਦੀ ਹੈ ਬੜੇ ਪਿਆਰ ਦੇ ਨਾਲ, ਜਿਵੇਂ ਆਪਾਂ ਕਹਿੰਦੇ ਨਾ ਨਿੱਘ ਦੇ ਨਾਲ ਬੰਦਾ ਬੋਲ ਰਿਹਾ। Nothing. You owe me nothing. ਕੁਝ ਵੀ ਨਹੀਂ, ਤੁਸੀਂ ਮੈਨੂੰ ਕੁਝ ਵੀ ਨਹੀਂ ਦੇਣਾ। My mother has taught me not to accept payment for a deed of kindness. ਤੇ ਔਰਤ ਕਹਿੰਦੀ ਹੈ ਵੀ ਮੇਰੀ ਮਾਂ ਨੇ ਮੈਨੂੰ ਇਹ ਸਿਖਾਇਆ ਹੈ ਵੀ ਜਦ ਵੀ ਤੁਸੀਂ ਕੋਈ ਵਧੀਆ ਕੰਮ ਕਰਦੇ ਹੈਗੇ ਹੋ ਤਾਂ ਕੁਝ ਵੀ ਬਦਲੇ ਵਿੱਚ ਨਹੀਂ ਲੈਣਾ ਚਾਹੀਦਾ। And let me buy a book from you. ਤੇ ਮੈਂ ਹੁਣ ਤੁਹਾਡੇ ਤੋਂ ਇੱਕ ਕਿਤਾਬ ਵੀ ਖਰੀਦਾਂਗੀ। How much does the book cost? ਤੇ ਇਸ ਕਿਤਾਬ ਦੀ ਕਿੰਨੀ ਕੀਮਤ ਹੈਗੀ ਹੈ? Boy, smiling. ਮੁੰਡਾ ਮੁਸਕਰਾਉਂਦੇ ਹੋਏ ਕਹਿੰਦਾ ਹੈ, Thank you ma'am. ਧੰਨਵਾਦ ਮੈਡਮ। I will always remember this. ਤੇ ਤੁਹਾਡੀ ਜਿਹੜੀ ਗੱਲ ਹੈਗੀ ਹੈ ਮੈਂ ਹਮੇਸ਼ਾ ਯਾਦ ਰੱਖਾਂਗਾ। The book is for 4 pounds and 70 pence. ਤੇ ਉਹ ਦੱਸਦਾ ਹੈ ਕੀਮਤ ਵੀ 4 ਪੌਂਡ ਤੇ 70 ਪੈਂਸ ਦੀ ਹੈਗੀ ਹੈ ਇਹ ਕਿਤਾਬ। The lady takes the book and hands over 5 pounds to the boy and tells him to keep the change. ਹੁਣ ਦੇਖੋ 4 ਪਾਉਂਡ ਤੇ 70 ਪੈਂਸ ਦੀ ਸੀਗੀ, ਜਿਵੇਂ ਆਪਾਂ ਕਹਿ ਲਈਏ ਵੀ 4 ਰੁਪਏ ਤੇ 70 ਪੈਸੇ ਦੀ, ਪਰ ਕੁੜੀ ਨੇ ਉਹਨੂੰ 5 ਰੁਪਏ ਦਿੱਤੇ ਤੇ ਕਿਹਾ ਵੀ ਤੁਸੀਂ ਬਾਕੀ ਦਾ ਪੈਸਾ ਜਿਹੜੀ ਚੇਂਜ ਹੈਗੀ ਹੈ ਛੁੱਟੇ ਹੈਗੇ ਨੇ ਆਪਣੇ ਕੋਲ ਰੱਖ ਲਓ। ਸਮਝ ਗਏ? ਇਹ ਜਿਹੜੇ ਪੈਨਸ ਹੈਗੇ ਨੇ, ਪਾਉਂਡਸ ਹੈਗੇ ਨੇ, ਇਹ ਬਾਹਰ ਦੀ ਕਰੰਸੀ ਹੈਗੀ। ਆਪਣੇ ਦੇਸ਼ ਵਿੱਚ ਜਿਵੇਂ ਰੁਪੀਸ ਤੇ ਪੈਸਾ ਹੈ ਉਵੇਂ ਹੀ ਬਾਹਰ ਇਹ ਹੈਗੇ ਨੇ। ਇਹ ਤਾਂ ਉਦਾਹਰਨ ਦੇਣ ਲਈ ਸਮਝਾਇਆ ਸੀ। The boy smiles and leaves the house.
ਤੇ ਜਿਹੜਾ ਮੁੰਡਾ ਹੈ ਮੁਸਕਰਾਉਂਦਾ ਹੋਇਆ ਉੱਥੋਂ ਅੱਗੇ ਲੰਘ ਜਾਂਦਾ ਹੈ। He is happy and feels stronger. ਉਹ ਖੁਸ਼ ਸੀ ਅਤੇ ਉਹਨੂੰ ਵਧੀਆ ਮਹਿਸੂਸ ਹੋ ਰਿਹਾ ਸੀ ਵੀ ਹਾਂ ਮੈਂ ਕੁਝ ਕਰ ਸਕਦਾ। ਸੀਨ 2 ਹੁਣ ਦੂਜਾ ਸੀਨ ਆਂਦਾ ਹੈ। ਕੀ ਹੈਗਾ? ਬਹੁਤ ਸਾਲਾਂ ਬਾਅਦ ਦਾ ਸੀਨ ਹੈਗਾ, many years later. ਟਾਈਮ ਸਮਾਂ ਕੀ ਸੀ? ਮਾਰਨਿੰਗ ਸਵੇਰ। ਲੋਕੇਸ਼ਨ a big city hospital, ਸ਼ਹਿਰ ਦਾ ਇੱਕ ਵੱਡਾ ਹਸਪਤਾਲ। कैरेक्टर्स डॉक्टर पीटर ब्राउन, डॉक्टर हॉवर्ड कैली। कौन कौन दो कैरेक्टर्स ने? एक पीटर ब्राउन जो कि डॉक्टर ने, दूजा ओही मुंडा ਉਹ ਇੱਕ डॉक्टर बन गया है। डॉक्टर ब्राउन एंड डॉक्टर कैली आर डिस्कसिंग अ केस। ਤੇ ਦੋਨੋਂ ਜਿਹੜੇ ਡਾਕਟਰ ਹੈਗੇ ਨੇ ਉਹ ਇੱਕ ਕੇਸ ਬਾਰੇ ਚਰਚਾ ਕਰ ਰਹੇ ਨੇ। ਡਾਕਟਰ ਕੈਲੀ ਪਹਿਲਾ ਡਾਕਟਰ ਕਹਿੰਦਾ ਹੈ ਇਟ ਇਜ਼ ਅ ਡਿਫਿਕਲਟ ਕੇਸ ਡਾਕਟਰ ਬਰਾਊਨ। ਤੇ ਡਾਕਟਰ ਕੈਲੀ ਕਹਿੰਦਾ ਡਾਕਟਰ ਬਰਾਊਨ ਨੂੰ ਵੀ ਇਹ ਬੜਾ ਔਖਾ ਜਿਹਾ ਮਸਲਾ ਲੱਗ ਰਿਹਾ, ਕੇਸ ਲੱਗ ਰਿਹਾ। ਡਾਕਟਰ ਬਰਾਊਨ ਯੈਸ ਇਟ ਇਜ਼ ਕੰਪਲਿਕੇਟਿਡ। ਤੇ ਉਹ ਕਹਿੰਦੇ ਨੇ ਹਾਂ ਬਹੁਤ ਗੁਲਝਣਦਾਰ ਜਿਹਾ ਕੇਸ ਹੈਗਾ। ਵੀ ਹੈਵ ਨਾਟ ਯੈਟ ਬੀਨ ਏਬਲ ਟੂ ਡਾਇਗਨੋਸ ਦ ਪ੍ਰੋਬਲਮ। ਅਸੀਂ ਅਜੇ ਤੱਕ ਜਿਹੜੀ ਸਮੱਸਿਆ ਹੈਗੀ ਹੈ ਉਸ ਦਾ ਨਿਦਾਨ ਨਹੀਂ ਕਰਨ ਯੋਗ ਹੋਏ ਵੀ ਕੀ ਸਮੱਸਿਆ ਕੀ ਹੈਗੀ ਹੈ। ਆ ਦੇਖੋ ਡਾਇਗਨੋਸ। ਡਾਕਟਰ ਕੈਲੀ ਕਮਿੰਗ ਨੀਅਰ ਡਾਕਟਰ ਬਰਾਊਨ। ਡਾਕਟਰ ਕੈਲੀ ਡਾਕਟਰ ਬਰਾਊਨ ਦੇ ਨੇੜੇ ਜਾਂਦੇ ਨੇ। ਹੂ ਇਜ਼ ਦ ਵੂਮਨ? ਤੇ ਉਹ ਪੁੱਛਦੇ ਨੇ ਵੀ ਇਹ ਔਰਤ ਕੌਣ ਹੈ। ਵੇਅਰ ਇਜ਼ ਸ਼ੀ ਫਰੋਮ? ਤੇ ਕਿੱਥੋਂ ਦੀ ਹੈਗੀ ਹੈ। ਐਂਡ ਹਾਊ ਡਿਡ ਸ਼ੀ ਬਿਕਮ ਸੋ ਇਲ? ਤੇ ਇਹ ਇੰਨੀ ਬਿਮਾਰ ਕਿਵੇਂ ਹੋ ਗਈ। ਤੇ ਡਾਕਟਰ ਬਰਾਊਨ ਜਿਹੜੇ ਹੈਗੇ ਨੇ ਜੋ ਫੇਸ ਕਰ ਰਹੇ ਸੀ ਯਾਨੀ ਸਾਹਮਣੇ ਖੜੇ ਹੋਏ ਸੀ ਡਾਕਟਰ ਕੈਲੀ ਦੇ, ਉਹ ਜਵਾਬ ਦਿੰਦੇ ਨੇ ਸ਼ੀ ਇਜ਼ ਫਰਮ ਬਲੈਕਪੂਲ। ਉਹ ਕਹਿੰਦੇ ਨੇ ਇਹ ਬਲੈਕਪੂਲ ਤੋਂ ਹੈਗੀ ਹੈ ਜੋ ਇੱਕ ਥਾਂ ਹੈਗੀ ਇੰਗਲੈਂਡ ਤੋਂ। ਮੈਂ ਤੁਹਾਨੂੰ ਦੱਸਿਆ ਸੀ ਇੱਕ ਸ਼ਹਿਰ ਹੈਗਾ। The doctors there advised her to come to this hospital as they could not understand her disease. ਤੇ ਜਿੱਥੋਂ ਦੀ ਇਹ ਹੈਗੀ ਹੈ ਔਰਤ, ਉੱਥੇ ਦੇ ਡਾਕਟਰਾਂ ਨੇ ਇਸ ਨੂੰ ਇਸ ਹਸਪਤਾਲ ਦੇ ਵਿੱਚ ਆਉਣ ਦੀ ਸਲਾਹ ਦਿੱਤੀ ਕਿਉਂਕਿ ਉਹ ਉੱਥੇ ਉਸ ਦੀ ਬਿਮਾਰੀ ਨੂੰ ਨਹੀਂ ਸਮਝ ਸਕੇ। It started with food poisoning but got complicated. ਇਹ ਜਿਵੇਂ ਗਲਤ ਕੁਝ ਖਾ ਲਈਦਾ ਨਾ, ਫੂਡ ਪੋਇਜ਼ਨਿੰਗ ਹੋ ਜਾਂਦੀ ਹੈ, ਉਹਦੇ ਨਾਲ ਸ਼ੁਰੂ ਹੋਇਆ ਤੇ ਹੌਲੇ ਹੌਲੇ ਹੋਰ ਗੁਲਝਣਦਾਰ ਹੁੰਦਾ ਗਿਆ, ਔਖਾ ਹੁੰਦਾ ਗਿਆ। Perhaps her liver has got affected. ਸ਼ਾਇਦ ਇਸ ਦਾ ਜਿਹੜਾ ਲਿਵਰ ਹੈਗਾ ਉਹਦੇ ਤੇ ਵੀ ਪ੍ਰਭਾਵ ਪਿਆ ਇਸ ਚੀਜ਼ ਦਾ। ਡਾਕਟਰ ਕੈਲੀ ਕਹਿੰਦੇ ਨੇ ਵਾਟ ਫਰਮ ਬਲੈਕਪੂਲ? ਕੀ ਇਹ ਬਲੈਕਪੂਲ ਤੋਂ ਹੈਗੀ ਆ? That's where I come from. ਮੈਂ ਵੀ ਤਾਂ ਉੱਥੇ ਦਾ ਹੈਗਾ। Where is the lady? ਕਿੱਥੇ ਉਹ ਔਰਤ? ਡਾਕਟਰ ਬਰਾਊਨ ਟੇਕਿੰਗ ਡਾਕਟਰ ਕੈਲੀ ਟੂ ਦੀ ਹਸਪੀਟਲ ਰੂਮ। ਤੇ ਡਾਕਟਰ ਬਰਾਊਨ ਜਦੇ ਸੁਣਦੇ ਨੇ ਤੇ ਉਹ ਡਾਕਟਰ ਕੈਲੀ ਨੂੰ ਹਸਪਤਾਲ ਦੇ ਉਸ ਕਮਰੇ ਵਿੱਚ ਲੈ ਜਾਂਦੇ ਨੇ ਜਿੱਥੇ ਉਹ ਔਰਤ ਐਡਮਿਟ ਸੀ। ਡਾਕਟਰ ਬਰਾਊਨ ਕਹਿੰਦੇ ਨੇ there she is, ਆ ਰਹੀ। she needs immediate surgery. ਤੇ ਇਸ ਨੂੰ ਤੁਰੰਤ ਸਰਜਰੀ ਦੀ ਲੋੜ ਹੈਗੀ ਹੈ। I don't think we can do much in this case even after surgery. ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਸਰਜਰੀ ਤੋਂ ਬਾਅਦ ਵੀ ਇਸ ਮਸਲੇ 'ਚ ਜ਼ਿਆਦਾ ਕੁਝ ਕਰ ਸਕਦੇ। ਡਾਕਟਰ ਕੈਲੀ ਕਹਿੰਦੇ ਨੇ peeps into the room and sees the sleeping women, smiles. ਉਹ ਛਾਤੀ ਮਾਰਦੇ ਨੇ ਡਾਕਟਰ ਕੈਲੀ ਕਮਰੇ ਵਿੱਚ ਤੇ ਦੇਖਦੇ ਨੇ ਵੀ ਔਰਤ ਸੁੱਤੀ ਪਈ ਹੈ ਤੇ ਸਮਾਈਲ ਕਰਦੇ ਨੇ। We must do our best. ਤੇ ਕਹਿੰਦੇ ਨੇ ਕਿ ਸਾਨੂੰ ਸਭ ਤੋਂ ਵਧੀਆ ਆਪਣਾ ਜਿਹੜਾ ਆਪਰੇਸ਼ਨ ਹੈ ਉਹ ਕਰਨਾ ਚਾਹੀਦਾ ਹੈ। And I'll do my best to save her. ਤੇ ਮੈਂ ਆਪਣਾ 100% ਦੇ ਦਾਂਗਾ ਇਸ ਨੂੰ ਬਚਾਉਣ ਦੇ ਲਈ। ਡਾਕਟਰ ਬਰਾਊਨ ਕਹਿੰਦੇ ਨੇ ਸ਼ੋਰ ਡਾਕਟਰ। ਤੇ ਡਾਕਟਰ ਬਰਾਊਨ ਕਹਿੰਦੇ ਨੇ ਠੀਕ ਹੈ ਡਾਕਟਰ ਸਾਹਿਬ, we'll make all possible efforts to save her. ਤੇ ਅਸੀਂ ਇਸ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। Do you know her? ਕਿ ਤੁਸੀਂ ਇਸ ਨੂੰ ਜਾਣਦੇ ਹੋ? ਡਾਕਟਰ ਕੈਲੀ ਸਮਾਈਲਸ ਅਗੇਨ। ਤੇ ਡਾਕਟਰ ਕੈਲੀ ਇਸ ਗੱਲ ਤੇ ਫੇਰ ਮੁਸਕਰਾ ਦਿੰਦੇ ਨੇ। ਹੁਣ ਤੱਕ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਿਆ ਹੋਵੇਗਾ ਕੌਣ ਸੀ ਉਹ ਔਰਤ। ਹੁਣ ਆ ਗਿਆ ਜੀ ਤੀਜਾ ਸੀਨ, ਲੋਕੇਸ਼ਨ। ਹੁਣ ਸਥਾਨ ਕੀ ਹੈਗਾ? ਅ ਰੂਮ ਇਨ ਦਾ ਹਸਪੀਟਲ। ਹਸਪੀਟਲ ਦੇ ਵਿੱਚ ਇੱਕ ਕਮਰਾ। ਕੈਰੈਕਟਰਸ ਕੌਣ ਹੈਗੇ ਨੇ? ਉਹ ਔਰਤ ਹੈਗੀ ਹੈ ਦ ਲੇਡੀ, ਅ ਨਰਸ ਇੱਕ ਨਰਸ ਹੈਗੀ ਹੈ, ਅ ਮੈਨ ਫਰਮ ਦ ਬਿਲਸ ਡਿਪਾਰਟਮੈਂਟ ਤੇ ਇੱਕ ਆਦਮੀ ਹੈਗਾ ਬਿਲ ਵਿਭਾਗ ਤੋਂ। The nurse prepares to give medicine to the lady. ਤੇ ਜਿਹੜੀ ਨਰਸ ਹੈਗੀ ਹੈ ਉਹ ਔਰਤ ਨੂੰ ਦਵਾਈ ਦੇਣ ਦੀ ਤਿਆਰੀ ਕਰ ਰਹੀ ਸੀ। Man,
गिविंग सम पेपर्स टू द नर्स। ਉਹ ਆਦਮੀ ਜਿਹੜਾ ਬਿੱਲ ਵਾਲਾ ਸੀ ਉਹ ਕੁਝ ਕਾਗਜ਼ ਜਿਹੜੇ ਹੈਗੇ ਨੇ ਉਹ ਨਰਸ ਨੂੰ ਦਿੰਦਾ ਹੈ। Is she feeling better? ਕਿ ਇਹ ਬਿਹਤਰ ਮਹਿਸੂਸ ਕਰ ਰਹੀ ਹੈ? She is lucky that Dr. Howard Kelly handled her case. ਵੀ ਇਹ ਤਾਂ ਕਾਫੀ ਖੁਸ਼ਕਿਸਮਤ ਹੋਣੀ ਹੈ ਕਿ ਡਾਕਟਰ ਕੈਲੀ ਨੇ ਇਸ ਦਾ ਕੇਸ ਜਿਹੜਾ ਹੈਗਾ ਉਹ ਆਪਣੇ ਹੱਥਾਂ 'ਚ ਲੈ ਲਿਆ ਵੀ ਉਹ ਆਪਰੇਸ਼ਨ ਕਰਨਗੇ। This is her bill ਤੇ ਇਹ ਉਸ ਦਾ ਬਿੱਲ ਹੈਗਾ। She needs to pay within 2 days ਤੇ ਇਹ ਜਿਹੜਾ ਬਿੱਲ ਹੈਗਾ ਇਹਦਾ ਭੁਗਤਾਨ ਇਸ ਔਰਤ ਨੇ 2 ਦਿਨਾਂ ਵਿੱਚ ਕਰਨਾ ਹੈ। Show her the bill ਤੇ ਇਹਨੂੰ ਬਿੱਲ ਜ਼ਰੂਰ ਦਿਖਾ ਦਿਓ। Nurse taking the bill from the man, ਜਿਹੜੀ ਨਰਸ ਹੀ ਆਦਮੀ ਤੋਂ ਬਿੱਲ ਲੈ ਲੈਂਦੀ ਹੈ। You are right, ਕਹਿੰਦੀ ਹੈ ਤੁਸੀਂ ਠੀਕ ਗੱਲ ਕਹਿ ਰਹੇ ਹੋ। She is lucky, ਇਹ ਕਾਫੀ ਖੁਸ਼ਕਿਸਮਤ ਹੈਗੀ ਹੈ। And yes, she is much better and healthier, ਅਤੇ ਹਾਂ ਇਹ ਬਹੁਤ ਬਿਹਤਰ ਮਹਿਸੂਸ ਕਰ ਰਹੀ ਹੈ ਤੇ ਹੁਣ ਸਿਹਤਮੰਦ ਵੀ ਹੋ ਗਈ। Nurse gives medicine to the lady ਤੇ ਜਿਹੜੀ ਨਰਸ ਹੈਗੀ ਉਹ ਔਰਤ ਨੂੰ ਦਵਾਈ ਦੇ ਦਿੰਦੀ ਹੈ। Nurse handing over the bill to the lady ਤੇ ਜਿਹੜੀ ਨਰਸ ਹੈਗੀ ਹੈ ਉਹ ਬਿੱਲ ਉਸ ਔਰਤ ਨੂੰ ਦੇ ਰਹੀ ਹੁੰਦੀ ਹੈ ਜਿਹੜੀ ਹਸਪਤਾਲ ਵਿੱਚ ਐਡਮਿਟ ਸੀ। Here is your medicine, ਆ ਤੁਹਾਡੀ ਦਵਾਈ ਹੈਗੀ ਹੈ। And this is your bill ਤੇ ਝਿਜਕਦੀ ਹੋਈ ਕਹਿੰਦੀ ਕਿਉਂਕਿ ਬਿਮਾਰ ਪੇਸ਼ੈਂਟ ਸੀ ਨਾ ਵੀ ਇਹ ਤੁਹਾਡਾ ਬਿੱਲ ਹੈਗਾ। As per the hospital rules, ਹਸਪਤਾਲ ਦੇ ਰੂਲਸ ਦੇ ਜਾਂ ਨਿਯਮਾਂ ਦੇ ਅਨੁਸਾਰ you need to pay the bill within 2 days. ਹਸਪਤਾਲ ਦੇ ਨਿਯਮਾਂ ਦੇ ਅਨੁਸਾਰ ਤੁਹਾਨੂੰ 2 ਦਿਨਾਂ ਵਿੱਚ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ। Lady looking worried ਤੇ ਜਿਹੜੀ ਔਰਤ ਸੀ ਉਹ ਚਿੰਤਾ ਨਾਲ ਦੇਖ ਰਹੀ ਹੁੰਦੀ ਹੈ। This hospital seems to be very expensive. ਇਹ ਹਸਪਤਾਲ ਬਹੁਤ ਮਹਿੰਗਾ ਲੱਗਦਾ ਹੈ। ਨਰਸ ਕਹਿੰਦੀ ਹੈ yes ma'am ਜਾਂ yes madam. It is the most expensive hospital in London. ਜੀ ਹਾਂ ਮੈਡਮ ਇਹ ਲੰਡਨ ਵਿੱਚ ਜਾਂ ਲੰਡਨ ਦਾ ਸਭ ਤੋਂ ਮਹਿੰਗਾ ਹਸਪਤਾਲ ਹੈ। Lady looks at the bill ਤੇ ਜਿਹੜੀ ਔਰਤ ਹੈ ਉਹ ਬਿੱਲ ਵੱਲ ਦੇਖਦੀ ਹੈ। It will take me a lifetime to pay the bill. ਉਹ ਕਹਿੰਦੀ ਹੈ ਵੀ ਇਸ ਬਿੱਲ ਦਾ ਭੁਗਤਾਨ ਕਰਨ ਦੇ ਲਈ ਤਾਂ ਮੈਨੂੰ ਪੂਰੀ ਜ਼ਿੰਦਗੀ ਲਾਣੀ ਪਏਗੀ। It is signed by Dr. Howard Kelly. ਤੇ ਇਹਦੇ ਉੱਤੇ ਜਿਹੜੇ ਸਾਈਨ ਹੈਗੇ ਨੇ ਉਹ ਡਾਕਟਰ ਦਸਤਖਤ ਕੀਤੇ ਹੋਏ ਨੇ ਡਾਕਟਰ ਹਾਵਰਡ ਕੈਲੀ ਦੇ। ਨਰਸ ਕਹਿੰਦੀ ਹੈ yes, he is very kind ਤੇ ਉਹ ਕਹਿੰਦੀ ਹੈ ਹਾਂਜੀ ਉਹ ਬਹੁਤ ਦਿਆਲੂ ਇਨਸਾਨ ਨੇ। He took special care of you ਤੇ ਉਹਨਾਂ ਨੇ ਤੁਹਾਡੀ ਦੇਖਭਾਲ ਬਹੁਤ ਖਾਸ ਤਰੀਕੇ ਨਾਲ ਕੀਤੀ। He is from your city ਤੇ ਉਹ ਤੁਹਾਡੇ ਸ਼ਹਿਰ ਦੇ ਹੈਗੇ ਨੇ। Lady looking interested, ਉਹ ਬੜੇ ਦਿਲਚਸਪੀ ਨਾਲ ਗੱਲ ਸੁਣ ਰਹੀ ਹੁੰਦੀ ਹੈ। ਕਹਿੰਦੀ really ਸੱਚੀ? Is he from Blackpool? ਵੀ ਉਹ ਵੀ ਬਲੈਕਪੂਲ ਤੋਂ ਨੇ? ਨਰਸ ਕਹਿੰਦੀ ਹੈ yes, he is. ਜੀ ਹਾਂ ਉਹ ਵੀ ਉੱਥੋਂ ਦੇ ਨੇ। Let me see your bill madam. ਤੇ ਉਹ ਕਹਿੰਦੀ ਹੈ ਵੀ ਮੈਨੂੰ ਆਪਣਾ ਬਿੱਲ ਦੇਖਣ ਦਿਓ ਜਾਂ ਤੁਹਾਡਾ ਬਿੱਲ ਦੇਖ ਲੈਣ ਦਿਓ। Takes the bill and looks at it, smiles. ਬਿੱਲ ਦੇਖਦੀ ਹੈ ਤੇ ਫਿਰ ਦੇਖ ਕੇ ਨਾ ਸਮਾਈਲ ਕਰਦੀ ਹੈ। Yes, something is written on it. Did you see it? ਤੇ ਨਰਸ ਉਹਨੂੰ ਔਰਤ ਨੂੰ ਕਹਿੰਦੀ ਹੈ ਵੀ ਬਿੱਲ ਤੇ ਕੁਝ ਲਿਖਿਆ ਹੋਇਆ ਤੁਸੀਂ ਦੇਖ ਲਿਆ ਕੀ ਲਿਖਿਆ? Lady ਔਰਤ ਕਹਿੰਦੀ ਹੈ no, let me see it again. ਨਹੀਂ ਮੈਂ ਨਹੀਂ ਦੇਖਿਆ, ਮੈਨੂੰ ਦੁਬਾਰਾ ਦੇਖ ਲੈਣ ਦਿਓ ਬਿੱਲ। Reads aloud with tears in her eyes. ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉੱਚੀ ਦੇਣੀ ਆਵਾਜ਼ ਦੇ ਨਾਲ ਉਹ ਪੜ੍ਹ ਰਹੀ ਹੁੰਦੀ ਹੈ। Paid in full years ago with a glass of milk. ਤੇ ਕੀ ਲਿਖਿਆ ਸੀ ਉਹਦੇ ਉੱਤੇ? ਵੀ ਇਹ ਜਿਹੜਾ ਬਿੱਲ ਹੈਗਾ ਇਹ ਬਹੁਤ ਸਾਲ ਪਹਿਲਾਂ ਇਸ ਦਾ ਭੁਗਤਾਨ ਹੋ ਗਿਆ ਸੀ ਦੁੱਧ ਦੇ ਇੱਕ ਗਲਾਸ ਦੇ ਨਾਲ ਤੇ ਥੱਲੇ ਨਾਮ ਲਿਖਿਆ ਸੀ ਡਾਕਟਰ ਹਾਵਰਡ ਕੈਲੀ। ਆ ਦੇਖੋ ਲਿਖਿਆ ਹੋਇਆ paid in full years ago with a glass of milk. ਵੀ ਹੁਣ ਲੇਡੀ ਜਿਹੜੀ ਹੈਗੀ ਉਹ ਕੀ ਕਹਿੰਦੀ ਹੈ? God bless Howard, I'm very happy. ਤੇ ਉਹ ਕਹਿੰਦੀ ਹੈ ਰੱਬ ਤੈਨੂੰ ਮਤਲਬ ਆਸ਼ੀਰਵਾਦ ਦਵੇ ਵੀ ਮੈਂ ਬਹੁਤ ਖੁਸ਼ ਹੈਗੀ ਆ। My faith in God and goodness of people has become stronger today. ਤੇ ਉਹ ਕਹਿੰਦੀ ਹੈ ਰੱਬ ਅਤੇ ਲੋਕਾਂ ਦੇ ਵਿੱਚ ਜਿਹੜੀ ਚੰਗਿਆਈ ਹੈਗੀ ਹੈ ਉਸ ਤੇ ਮੇਰਾ ਵਿਸ਼ਵਾਸ ਅੱਜ ਹੋਰ ਮਜ਼ਬੂਤ ਹੋ ਗਿਆ। ਠੀਕ ਹੈ, ਇਹ ਸੀ ਕਹਾਣੀ। ਮੈਨੂੰ ਪਤਾ ਬੜੀ ਇਮੋਸ਼ਨਲ ਸੀਗੀ ਨਾ। ਚਲੋ ਹੁਣ ਅੱਗੇ ਵਧਦੇ ਆ।
पोस्ट रीडिंग पढ़न तो बाद वोकैबुलरी एक्सपेंशन यानी शब्दावली दे विच आपां होर शब्द जोड़ांगे। एक्टिविटी फाइंड सफिक्सेस इन द फॉलोइंग वर्ड्स। हेठ दिते जिहड़े शब्द हैगे ने इन्हां विच आपां पिछेतर लभदे ने, ओह हुंदे ने ना सफिक्सेस, पिछले चैप्टर विच पढ़िया सी। सब तो पहला वर्ड हैगा कॉम्प्लीकेटेड यानी गुंझलदार, इहदे विच सफिक्स हैगा साडे कोल एटेड। दूजा हेजिटेटिंगली यानी हिचकिचांदे होए ly। वार्मली यानी निग्गा होके आ हो गया ly। स्ट्रोंगर मजबूत er पीछे जिहड़ा लगदा है। गुडनेस यानी चंगियाई इहदे विच आ गया nes। Let us revise prepositions। आओ हुण असी prepositions ਨੂੰ रिवाइज करते हैं, जिवें besides हो गया, beside, between and among। ये जिहड़े वर्ड्स हैगे ने ना, इन्हां दा की मतलब हुंदा है, इन्हां नूं आपां कित्थे यूज करते हैं, ओहदे बारे जिहड़ी हैगी आ अज आपां चर्चा करांगे अंग्रेजी दे विच। ठीक है, वैसे ਜਿਹੜੇ ਪ੍ਰੈਪੋਜੀਸ਼ਨਸ ਹੁੰਦੇ ਨੇ ਉਹ ਕਿਸੇ ਚੀਜ਼ ਦੀ ਥਾਂ ਦੱਸਦੇ ਨੇ ਵੀ ਉਹ ਚੀਜ਼ ਕਿਹੜੀ ਥਾਂ ਤੇ ਹੈਗੀ ਹੈ। ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਹੈਗਾ ਬਿਸਾਈਡਸ। ਹੁਣ ਦੇਖੋ ਬਿਸਾਈਡਸ ਦਾ ਮਤਲਬ ਹੁੰਦਾ ਹੈ ਇਨ ਐਡੀਸ਼ਨ ਟੂ, ਮਤਲਬ ਜਿਵੇਂ ਆਪਾਂ ਕਹੀਏ ਵੀ ਕੋਕ ਦੇ ਇਲਾਵਾ, ਠੀਕ ਹੈ, ਮੈਨੂੰ ਚਾਹੀਦੀ ਹੈ ਫੈਂਟਾ, ਠੀਕ ਹੈ ਨਾ, ਇਨ ਐਡੀਸ਼ਨ ਟੂ ਕੋਕ ਵੀ ਚਾਹੀਦਾ ਤੇ ਉਹਦੇ ਨਾਲ ਨਾਲ ਮੈਨੂੰ ਹੋਰ ਕੀ ਚਾਹੀਦਾ, ਫੈਂਟਾ। ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਤੇ ਬਿਸਾਈਡ ਜਿਹਦੇ ਪਿੱਛੇ ਐਸ ਨਹੀਂ ਲੱਗਿਆ ਮੀਨਸ ਬਾय द ਸਾਈਡ ਆਫ, ਕਿਸੇ ਚੀਜ਼ ਦੇ ਪਾਸੇ, ਠੀਕ ਹੈ, ਸਾਈਡ ਤੇ। ਜਿਵੇਂ ਹੁਣ ਸਮਝਦੇ ਹਾਂ, what other sport do you play besides hockey, यानी हॉकी दे इलावा तुसी होर केड़ी खेड खेडदे हो। यही हो गया ना, हॉकी तां खेडदे ही हो, जिवें कोक तां चाहीदा सी उस तो इलावा ये भी चाहीदा। इत्थे ओही पुछिया भी हॉकी तो इलावा होर केड़ी खेड खेडदे हो गया इन एडिशन टू, यानी इस तो इलावा। हुण देखते हैं बिसाइड दा मतलब की हुंदा है, किसी चीज दे पासे। She sat beside her sick son all night। ओह सारी रात अपने बीमार पुत्र दे कोल बैठी रही, बिल्कुल किसी बंदे दे पासे या किसी दे साइड ते, बाय द साइड ऑफ। हुण समझ आ गया, जिहदे पिछे एस नहीं हैगा ओनू समझना है, याद करना है दे पासे, किसी चीज दे पासे, ठीक है। ते जे आपां गल करिए बिसाइड्स दी, इस तो इलावा उसका मतलब हुंदा है। हुण बिटवीन नू समझते हैं, विचकार जिन्हों आपां पंजाबी च कहीदा है, इज यूज्ड फॉर टू पीपल और थिंग्स। दो चीज़ां या दो बंदे ने उन्हां विच जे कुछ पिया होया ओनू आपां दसदे आ भी वो बिटवीन हैगा, सिर्फ दो चीज़ां। ते जदों असी एमंग दी गल करदे आ, इज यूज्ड फॉर मोर देन टू पीपल और थिंग्स। मान लो 4 लोग हैगे ने, उन्हां विच तुसी खड़े हो तां आपां कहांगे एमंग 4 पीपल, ठीक है, या एमंग 4 बास्केट्स ऑफ मैंगो। दो तो ज्यादा जद हो जाण चीज़ां तां ओनू एमंग दे नाल यूज करते हैं। जिवें देयर इज नो लव बिटवीन द 2 ब्रदर्स। हुण इत्थे 2 बंदियां दी गल कीती जा रही है, मैं बिटवीन यूज करता। डिस्ट्रीब्यूट स्वीट्स एमंग ऑल द चिल्ड्रन। जिन्ने बच्चे हैगे ने सारियां विच जिहड़ियां टॉफियां हैगियां ने या मिठाई हैगी वो वंड दो। हुण चिल्ड्रन यानी 1 या 2 तो वध बच्चे, तां आपां एमंग यूज कीता। हुण इत्थे एक्टिविटी दित्ती हुई है, फिल इन द ब्लैंक्स यूजिंग द वर्ड्स गिवन इन द बॉक्स। ये वर्ड्स यूज करके इन्हां नूं भरना है। ओही जो आपां सिक्खिया पहला, द 2 ब्रदर्स डिस्ट्रीब्यूटेड द स्वीट्स बिटवीन themselves। हुण 2 दी गल हो रही है भी 2 भरावां ने मिठाइयां अपने दोहां विच वंड ली। सेकेंड, राधा केम एंड सैट बिसाइड हर मदर, यानी अपने मां दे पासे आके वो बैठ गई, ता बिसाइड्स नहीं है बिसाइड। द 4 थीव्स quarreled, लड़े, among themselves। हुण 2 तो ज्यादा हैगा ना, 4 चोर ने अपने आपस दे विच लड़ाई कीती, ता इत्थे आ गया among। I have 3 other pens besides this। इस पेन तो इलावा मेरे कोल 3 होर पेन हैगे ने, यानी 3 तां होर पेन सीगे ही सीगे, तां उस तो इलावा ए हैगा, तां मैं बिसाइड्स लाता।
Besides advising him, he gave them money also. ਇੱਕ ਤਾਂ ਉਹਨੂੰ ਸਲਾਹ ਦਿੱਤੀ, ਸਲਾਹ ਦੇ ਨਾਲ ਉਹਨੇ ਉਸਨੂੰ ਪੈਸੇ ਵੀ ਦੇ ਦਿੱਤੇ, ਇਹਦੇ ਨਾਲ ਕੁਝ ਹੋਰ ਵੀ ਦਿੱਤਾ, ਇਸੇ ਕਰਕੇ besides ਆ ਗਿਆ। A beggar was sitting beside the temple gate. ਇਹ ਮੰਦਰ ਦਾ ਦਰਵਾਜ਼ਾ ਸੀ ਤੇ ਜਿਹੜਾ ਭਿਖਾਰੀ ਸੀ ਉਹ ਇੱਥੇ ਬੈਠਾ ਹੋਇਆ ਸੀ ਕਿਸੇ ਦਰਵਾਜ਼ੇ ਦੇ ਪਾਸੇ, ਤੇ ਮੈਂ ਯੂਜ਼ ਕਰਤਾ beside। ਸਮਝ ਆਇਆ ਹੁਣ beside ਤੇ besides ਵਿੱਚ ਫਰਕ? ਉਵੇਂ ਹੀ ਅਗਲੀ ਇੱਕ ਐਕਟੀਵਿਟੀ ਦਿੱਤੀ ਹੋਈ ਹੈ, ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ, ਪੜ੍ਹ ਕੇ ਸਿੱਖਾਂਗੇ। ਰੀਡ ਦ ਪਲੇ ਕੇਅਰਫੁਲੀ ਐਂਡ ਰਾਈਟ ਦੀ ਆਨਸਰਸ। ਜਿਹੜਾ ਨਾਟਕ ਹੈਗਾ ਧਿਆਨ ਨਾਲ ਪੜ੍ਹੋ ਤੇ ਇਹਨਾਂ ਸਵਾਲਾਂ ਦੇ ਜਵਾਬ ਦਿਓ। ਪਹਿਲਾ, ਸੀਨ 1, ਕਾਊਂਟ ਐਂਡ ਰਾਈਟ ਦ ਨੰਬਰ ਆਫ ਕੈਰੈਕਟਰਸ ਇਨ ਸੀਨ 1 ਆਫ ਦ ਪਲੇ। ਨਾਟਕ ਦੇ ਪਹਿਲੇ ਸੀਨ ਵਿੱਚ ਕਿੰਨੇ ਪਾਤਰ ਸੀ ਉਹਨਾਂ ਦੀ ਗਿਣਤੀ ਕਰੋ ਤੇ ਇੱਥੇ ਲਿਖੋ। There were 2 characters in scene 1 of the play. ਦੋ ਜਿਹੜੇ ਪਾਤਰ ਸੀ ਉਹ ਸੀਗੇ scene 1 ਦੇ ਵਿੱਚ। ਦੇਖੋ ਮੈਂ ਤੁਹਾਨੂੰ ਦਿਖਾਨੀ ਆ, scene 1 ਸਾਡੇ ਕੋਲ ਆ ਗਿਆ, ਆ ਰਿਹਾ। ਦੋ ਪਾਤਰ ਹੈਗੇ ਨੇ, ਇੱਕ ਮੁੰਡਾ ਤੇ ਇੱਕ ਹੈਗੀ ਹੈ ਸਾਡੇ ਕੋਲ ਲੇਡੀ। ਅੱਗੇ ਚੱਲਦੇ ਆ। What are their names? ਉਹਨਾਂ ਦੇ ਨਾਂ ਕੀ ਹੈਗੇ ਨੇ? The names of the characters in scene 1 of the play are Howard Kelly and Anita. What is the time? Time ਕੀ ਸੀ, ਸਮਾਂ ਕੀ ਸੀ scene 1 ਦੇ ਵਿੱਚ? It was afternoon. ਦੁਪਹਿਰ ਦਾ ਸਮਾਂ ਸੀ। What does the boy say to himself? ਮੁੰਡਾ ਆਪਣੇ ਆਪ ਨੂੰ ਕੀ ਕਹਿੰਦਾ? He said to himself that he would sell 2 more books to cover his school fees. ਉਹ ਕਹਿੰਦਾ ਹੈ ਵੀ ਮੈਨੂੰ ਆਪਣੇ ਸਕੂਲ ਦੀ ਫੀਸ ਭਰਨ ਦੇ ਲਈ 2 ਹੋਰ ਕਿਤਾਬਾਂ ਵੇਚਣੀਆਂ ਪੈਣਗੀਆਂ, and would ask for some water as he was thirsty and hungry. ਕਿਉਂਕਿ ਉਹਨੂੰ ਭੁੱਖ ਲੱਗੀ ਸੀ, ਪਿਆਸ ਲੱਗੀ ਸੀ, ਇਸੇ ਕਰਕੇ ਕਿਸੇ ਤੋਂ ਉਹ ਪਾਣੀ ਮੰਗ ਲੂਗਾ। ਪੰਜਵਾਂ, why does he sell books? ਉਹ ਕਿਤਾਬਾਂ ਕਿਉਂ ਵੇਚਦਾ ਹੈ? The boy sells books in order to earn money and pay for his school fee. ਜਿਹੜਾ ਮੁੰਡਾ ਹੈਗਾ ਉਹ ਪੈਸੇ ਕਮਾਉਣ ਦੇ ਲਈ ਤੇ ਸਕੂਲ ਦੀ ਫੀਸ ਭਰਨ ਦੇ ਲਈ ਕਿਤਾਬਾਂ ਵੇਚਦਾ ਹੈ। 6th, why does he ring the bell? ਉਹ ਘੰਟੀ ਕਿਉਂ ਵਜਾਉਂਦਾ ਹੈ? The boy rang the bell because the door was closed. ਇੱਕ ਤਾਂ ਡੋਰ ਜਿਹੜਾ ਸੀ, ਦਰਵਾਜ਼ਾ ਜਿਹੜਾ ਸੀ ਬੰਦ ਸੀ, and ਆਪਾਂ ਲਿਖ ਸਕਦੇ ਹਾਂ he wanted some water and sell the books. ਇੱਕ ਤਾਂ ਉਹਨੇ ਕਿਤਾਬਾਂ ਵੇਚਣੀਆਂ ਸੀ, ਦਰਵਾਜ਼ਾ ਬੰਦ ਸੀ ਤੇ ਉਹਨੂੰ ਪਾਣੀ ਚਾਹੀਦਾ ਸੀ। Who opens the door? ਦਰਵਾਜ਼ਾ ਕੌਣ ਖੋਲਦਾ ਹੈ? A lady opens the door. ਇੱਕ ਔਰਤ ਦਰਵਾਜ਼ਾ ਖੋਲਦੀ ਹੈ। What does he request the lady for? ਉਹ ਉਸ ਔਰਤ ਨੂੰ ਕਿਸ ਚੀਜ਼ ਦੇ ਲਈ ਬੇਨਤੀ ਕਰਦਾ ਹੈ? He requested the lady to buy his books. ਉਹ ਬੇਨਤੀ ਕਰਦਾ ਹੈ ਉਸ ਔਰਤ ਨੂੰ ਵੀ ਕਿਤਾਬਾਂ ਖਰੀਦ ਲੋ, and also to get him a glass of water. ਵੀ ਉਹਨੂੰ ਪਾਣੀ ਦਾ ਇੱਕ ਗਲਾਸ ਮਿਲ ਜੇ। What does the lady give him? ਤੇ ਜਿਹੜੀ ਔਰਤ ਹੈਗੀ ਹੈ ਉਸਨੂੰ ਕੀ ਦਿੰਦੀ ਹੈ? The lady gave him a glass of milk. ਉਸਨੂੰ ਦੁੱਧ ਦਾ ਇੱਕ ਗਲਾਸ ਦੇ ਦਿੰਦੀ ਹੈ। ਅਗਲਾ, how much money does the lady give the boy for the book? ਜਿਹੜੀ ਔਰਤ ਹੈਗੀ ਹੈ ਉਹ ਮੁੰਡੇ ਨੂੰ ਕਿਤਾਬ ਦੇ ਲਈ ਕਿੰਨੇ ਪੈਸੇ ਦਿੰਦੀ ਹੈ? The lady gave the boy 5 pounds. ਉਸਨੂੰ 5 pound ਦਿੰਦੀ ਹੈ। ਦੂਜਾ ਸੀਨ, count and write the number of characters in scene 2 of the play. ਨਾਟਕ ਦੇ ਦੂਜੇ ਸੀਨ ਦੇ ਵਿੱਚ ਕਿੰਨੇ ਆਪਾਂ ਕਹਿ ਸਕਦੇ ਹਾਂ ਬੰਦੇ ਸੀ ਜਾਂ ਕਿੰਨੇ ਪਾਤਰ ਸੀ? 2 characters ਸੀਗੇ ਉਹਦੇ ਵਿੱਚ। There were 2 characters in scene 2 of the play. ਅਗਲਾ, what is the profession of the characters of this scene? ਇਸ ਦ੍ਰਿਸ਼ ਦੇ ਪਾਤਰ ਦਾ ਪੇਸ਼ਾ ਕੀ ਸੀ? The characters of the scene 2 are doctors. ਦੋ ਡਾਕਟਰਸ ਆਪਸ ਵਿੱਚ ਗੱਲਾਂ ਕਰ ਰਹੇ ਸੀ ਨਾ। ਅਗਲਾ, why had the lady come to this hospital? ਜਿਹੜੀ ਔਰਤ ਸੀ ਉਹ ਇਹ ਹਸਪਤਾਲ ਕਿਉਂ ਆਈ ਸੀ? The lady was referred to this hospital for treatment since she had a complex disease. ਔਰਤ ਨੂੰ ਇੱਕ ਮਤਲਬ ਮੁਸ਼ਕਲ ਬਿਮਾਰੀ ਜਾਂ ਗੁੰਝਲਦਾਰ ਬਿਮਾਰੀ ਹੋਣ ਕਾਰਨ ਇਲਾਜ ਲਈ ਇਸ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ। ਅਗਲਾ,
How did the lady get ill? ਉਹ ਜਿਹੜੀ ਔਰਤ ਹੈ ਉਹ ਬਿਮਾਰ ਕਿਵੇਂ ਹੋਈ? The lady got ill because of food poisoning, which later got complicated and started to affect her liver. ਔਰਤ ਗਲਤ ਖਾਣਾ ਖਾਣ ਕਰਕੇ ਬਿਮਾਰ ਹੋ ਗਈ, ਉੱਥੋਂ ਸ਼ੁਰੂਆਤ ਹੋਈ ਤੇ ਬਾਅਦ ਦੇ ਵਿੱਚ ਹੋਰ ਜ਼ਿਆਦਾ ਉਲਝਦਾ ਰਿਹਾ ਬੰਦਾ, complicated ਉਲਝਦੀ ਰਹੀ ਤੇ ਉਹਨੇ ਉਸਦੇ ਲਿਵਰ ਤੇ ਵੀ ਅਸਰ ਕਰਤਾ। Fifth, what kind of treatment did she need? ਉਸਨੂੰ ਕਿਸ ਤਰੀਕੇ ਦੇ ਇਲਾਜ ਦੀ ਲੋੜ ਸੀ? The lady needed an immediate surgery. ਔਰਤ ਨੂੰ ਤੁਰੰਤ ਹੀ ਸਰਜਰੀ ਦੀ ਲੋੜ ਸੀ। ਅਗਲਾ scene 3। ਪਹਿਲਾ ਸਵਾਲ, how much time did the patients get to pay the bill as per the rules? ਨਿਯਮਾਂ ਅਨੁਸਾਰ ਜਿਹੜੇ ਮਰੀਜ਼ ਨੇ ਉਹਨਾਂ ਨੂੰ ਕਿੰਨਾ ਸਮਾਂ ਮਿਲਦਾ ਹੈਗਾ ਬਿੱਲ ਪੂਰਾ ਪੇ ਕਰਨ ਦੇ ਲਈ, ਭਰਨ ਦੇ ਲਈ, ਭੁਗਤਾਨ ਕਰਨ ਲਈ? The patients only got 2 days to pay the bill. ਜਿਹੜੇ ਪੇਸ਼ੈਂਟਸ ਹੈਗੇ ਨੇ ਉਹਨਾਂ ਨੂੰ ਸਿਰਫ 2 ਦਿਨ ਮਿਲਦੇ ਨੇ ਬਿੱਲ ਦਾ ਭੁਗਤਾਨ ਕਰਨ ਲਈ। ਪੇਸ਼ੈਂਟਸ ਯਾਨੀ ਮਰੀਜ਼। ਦੂਜਾ ਸਵਾਲ, why did the lady get worried? ਉਸ ਲੇਡੀ ਨੂੰ, ਔਰਤ ਨੂੰ ਚਿੰਤਾ ਕਿਉਂ ਹੋ ਗਈ ਸੀ? She became worried when she saw the huge bill she had to pay in 2 days. ਉਹਨੂੰ ਚਿੰਤਾ ਹੋ ਗਈ ਸੀ ਜਦ ਉਹਨੇ ਦੇਖਿਆ ਵੀ ਉਹਨੇ ਇੰਨਾ ਜ਼ਿਆਦਾ ਬਿੱਲ ਦਾ ਭੁਗਤਾਨ ਜਿਹੜਾ ਹੈ ਉਹ ਕਰਨਾ ਹੈ, ਉਹ ਵੀ 2 ਦਿਨਾਂ ਦੇ ਵਿੱਚ। ਤੀਜਾ, why did the lady have tears in her eyes? ਔਰਤ ਦੀ ਅੱਖਾਂ ਵਿੱਚ ਹੰਝੂ ਕਿਉਂ ਆ ਗਏ ਸੀ? Since the bill had already been paid, the lady had tears of joy in her eyes. ਕਿਉਂਕਿ ਬਿੱਲ ਦਾ ਭੁਗਤਾਨ ਪਹਿਲਾਂ ਹੀ ਹੋਇਆ ਸੀ, ਇਸ ਕਰਕੇ ਉਹਦੀਆਂ ਅੱਖਾਂ ਨਮ ਹੋ ਗਈਆਂ ਸਨ। Fourth, why did she not have to pay the bill? ਤੇ ਉਸਨੂੰ ਬਿੱਲ ਦਾ ਭੁਗਤਾਨ ਕਿਉਂ ਨਹੀਂ ਕਰਨਾ ਪਿਆ? The bill was already paid by Dr. Howard, thus she did not need to pay it. ਕਿਉਂਕਿ ਬਿੱਲ ਦਾ ਭੁਗਤਾਨ ਪਹਿਲਾਂ ਹੀ ਹੋ ਚੁੱਕਿਆ ਸੀ, ਡਾਕਟਰ ਹਾਵਰਡ ਨੇ ਕੀਤਾ ਹੋਇਆ ਸੀ, ਇਸ ਕਰਕੇ ਉਹਨੂੰ ਭੁਗਤਾਨ ਜਾਂ ਬਿੱਲ ਜਿਹੜਾ ਹੈ ਉਹ ਨਹੀਂ ਭਰਨਾ ਪਿਆ। Who had paid the bill? Why? ਬਿੱਲ ਕਿਸਨੇ ਭਰਿਆ ਤੇ ਕਿਉਂ? The bill had been paid by Dr. Howard. ਬਿੱਲ ਡਾਕਟਰ ਹਾਵਰਡ ਨੇ ਭਰਿਆ ਸੀ। He paid the bill in order to return the favor of the glass of milk which the lady gave her a long time back. ਤੇ ਉਸਨੇ ਉਸ ਦੁੱਧ ਦੇ ਗਿਲਾਸ ਦੇ ਪੱਖ ਉਹ ਜਿਹੜਾ ਕਰਜ਼ ਸੀ ਉਹ ਵਾਪਸ ਕਰਨ ਦੇ ਲਈ ਉਸ ਲੇਡੀ ਦਾ ਜਿਹੜਾ ਬਿੱਲ ਸੀ ਉਹ ਭਰ ਦਿੱਤਾ ਸੀ। ਅਗਲਾ, why was the lady happy in the end? ਅਖੀਰ ਵਿੱਚ ਜਿਹੜੀ ਔਰਤ ਸੀ ਉਹ ਖੁਸ਼ ਕਿਉਂ ਸੀ? The lady was happy in the end because her belief in God and the goodness of people had grown stronger than before. ਔਰਤ ਅੰਤ ਵਿੱਚ ਖੁਸ਼ ਸੀ ਕਿਉਂਕਿ ਰੱਬ ਵਿੱਚ ਵਿਸ਼ਵਾਸ ਅਤੇ ਲੋਕਾਂ ਦੀ ਭਲਾਈ ਦੇ ਵਿੱਚ ਜਿਹੜਾ ਵਿਸ਼ਵਾਸ ਸੀ ਉਸਦਾ ਉਹ ਹੋਰ ਵੀ ਮਜ਼ਬੂਤ ਹੋ ਗਿਆ ਸੀ। ਤੇ ਇਹ ਸੀਗੀ ਅੱਜ ਦੀ ਕਲਾਸ। ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਪਾਰਟ 2 ਕਰਾਂਗੇ ਇਸ ਚੈਪਟਰ ਦਾ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। Till then, take care. Bye bye.